ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਆਪਾਂ ਕੁਝ ਫਰੇਜ਼ਲ ਵਰਬਸ ਲੈ ਕੇ ਆਏ ਹਾਂ। ਜਿਨ੍ਹਾਂ ਨੂੰ ਨਹੀਂ ਪਤਾ ਫਰੇਜ਼ਲ ਵਰਬਸ ਕੀ ਹੁੰਦੀਆਂ ਨੇ ਉਹਨਾਂ ਲਈ ਮੈਂ ਦੱਸ ਦਿੰਦਾ। ਜਦੋਂ ਕਿਸੇ ਇੱਕ ਵਰਬ ਨੂੰ ਕਿਸੇ ਪ੍ਰੈਪੋਜੀਸ਼ਨ ਦੇ ਨਾਲ ਜਾਂ ਫਿਰ ਕਿਸੇ ਐਡਵਰਬ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਉਹ ਇੱਕ ਡਿਫਰੈਂਟ ਮੀਨਿੰਗ ਲੈ ਕੇ ਆਉਂਦੀ ਹੈ। ਜਿਵੇਂ ਫੋਰ ਐਗਜ਼ਾਮਪਲ ਸ਼ੁਰੂ ਕਰਦੇ ਹਾਂ 10 ਫਰੇਜ਼ਲ ਵਰਬਸ ਨੇ ਜਿਹੜੀਆਂ ਤੁਸੀਂ ਸਿਰਫ ਸਪੀਕਿੰਗ ਦੇ ਮੋਡਿਊਲ ਵਿੱਚ ਹੀ ਯੂਜ਼ ਕਰਨੀਆਂ ਨੇ, ਰਾਈਟਿੰਗ ਦੇ ਮੋਡਿਊਲ ਵਿੱਚ ਇਹ ਨਹੀਂ ਯੂਜ਼ ਕਰਨੀਆਂ ਕਿਉਂਕਿ ਇਹ ਇਨਫੋਰਮਲ ਹੁੰਦੀਆਂ ਨੇ। ਫੋਰ ਐਗਜ਼ਾਮਪਲ ਫਸਟ ਵਨ ਹੈਗੀ ਬਰਸ਼ ਅਪ ਔਨ। ਇਟ ਮੀਨਸ ਕਿ ਵੈਨ ਯੂ ਆਰ ਬਰਸ਼ ਅਪ ਔਨ ਸਮਥਿੰਗ ਯੂ ਰਿਵਿਊ ਔਰ ਇੰਪਰੂਵ ਯੂਅਰ ਨੌਲੇਜ ਆਫ ਇਟ। ਇਟ ਮੀਨਸ ਤੁਸੀਂ ਕੁਝ ਆਪਣੀ ਨੌਲੇਜ ਨੂੰ ਇੰਪਰੂਵ ਕਰ ਰਹੇ ਹੋਗੇ, ਆਪਣੀ ਸਕਿੱਲ 'ਤੇ ਵਰਕ ਕਰ ਰਹੇ ਹੋਗੇ। ਇਟ ਮੀਨਸ ਕਿਸੇ ਚੀਜ਼ ਨੂੰ ਸਾਫ਼ ਸੁਥਰਾ ਕਰਨਾ, ਤਾਂ ਮਤਲਬ ਕੀ ਬਣਦਾ ਬਰਸ਼ ਅਪ ਔਨ ਦਾ, ਆਪਣੀ ਕਿਸੇ ਸਕਿੱਲ 'ਤੇ ਫੋਕਸ ਕਰਨਾ, ਉਸ ਨੂੰ ਇੰਪਰੂਵ ਕਰਨਾ। ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਸਕਰੀਨ 'ਤੇ ਤੁਸੀਂ ਦੇਖ ਪਾ ਰਹੇ ਹੋਵੋਗੇ। ਆਈ ਨੀਡ ਟੂ ਬਰਸ਼ ਅਪ ਔਨ ਮਾਈ ਗ੍ਰਾਮਰ ਬਿਫੋਰ ਦਾ ਐਗਜ਼ਾਮ, ਕਿ ਮੈਨੂੰ ਮੇਰੀ ਗ੍ਰਾਮਰ ਪੋਲਿਸ਼ ਕਰਨ ਦੀ ਲੋੜ ਹੈ, ਇੰਪਰੂਵ ਕਰਨ ਦੀ ਲੋੜ ਹੈ, ਨੌਲੇਜ ਮੈਨੂੰ ਚਾਹੀਦੀ ਹੈ ਗ੍ਰਾਮਰ ਦੀ ਹੋਰ ਮੇਰੇ ਐਗਜ਼ਾਮ ਤੋਂ ਪਹਿਲਾਂ। ਮੇਕ ਸ਼ੋਰ ਤੁਸੀਂ ਬਰਸ਼ ਅਪ ਔਨ, ਅਪ ਅਤੇ ਔਨ ਦੋਵੇਂ ਨਾਲ ਇਕੱਠੇ ਯੂਜ਼ ਕਰ ਰਹੇ ਹੋ, ਤਾਂ ਹੀ ਇਸ ਦਾ ਮੀਨਿੰਗ ਨਿਕਲ ਕੇ ਆਊਗਾ ਕਿਸੇ ਚੀਜ਼ ਨੂੰ ਇੰਪਰੂਵ ਕਰਨਾ। ਤਾਂ ਜੇ ਇਕੱਲਾ ਬਰਸ਼ ਯੂਜ਼ ਕਰੋਗੇ, ਬਰਸ਼ ਔਨ, ਬਰਸ਼ ਅਪ ਔਨ, ਤਾਂ ਮੀਨਿੰਗ ਹੈ ਜਿਹੜਾ ਕੁਝ ਹੋਰ ਨਿਕਲ ਕੇ ਆ ਜਾਣਾ ਹੈ। ਇਹੀ ਫਰੇਜ਼ਲ ਵਰਬ ਦੀ ਖਾਸੀਅਤ ਹੁੰਦੀ ਹੈ। ਅਤੇ ਜੇ ਤੁਸੀਂ ਬਰਸ਼ ਅਪ ਔਨ ਯੂਜ਼ ਕਰੋਗੇ ਤਾਂ ਜੋ ਮੀਨਿੰਗ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ, ਇਹੀ ਇਸ ਦਾ ਮੀਨਿੰਗ ਹੈ ਜਿਹੜਾ ਉਹ ਨਿਕਲ ਕੇ ਆਊਗਾ ਹੀ ਆਊਗਾ। ਤੋਂ ਅੱਗੇ ਸੈਕਿੰਡ ਗੱਲ ਕਰਦੇ ਹਾਂ ਬ੍ਰੇਕ ਡਾਊਨ। ਬ੍ਰੇਕ ਡਾਊਨ ਮੀਨਸ ਕਿ ਯੂ ਐਨਾਲਾਈਜ਼ ਔਰ ਡਿਵਾਈਡ ਸਮਥਿੰਗ ਇਨਟੂ ਸਮਾਲਰ ਪਾਰਟਸ। ਤੁਸੀਂ ਕਿਸੇ ਚੀਜ਼ ਨੂੰ ਟੁਕੜਿਆਂ ਵਿੱਚ, ਛੋਟੇ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਕਰ ਰਹੇ ਹੋਗੇ ਤਾਂ ਕਿ ਤੁਸੀਂ ਉਸਨੂੰ ਇੱਕ ਚੰਗੀ ਤਰ੍ਹਾਂ ਸਮਝ ਪਾਓ। ਫੋਰ ਐਗਜ਼ਾਮਪਲ ਤੁਸੀਂ ਸਕਰੀਨ 'ਤੇ ਦੇਖ ਹੀ ਪਾ ਰਹੇ ਹੋ, ਲੈਟਸ ਬ੍ਰੇਕ ਡਾਊਨ ਦਾ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਆਫ ਦਾ ਟੋਪਿਕ, ਕਿ ਚਲੋ ਆਪਾਂ ਇਸ ਟੋਪਿਕ ਨੂੰ ਬ੍ਰੇਕ ਡਾਊਨ ਕਰਦੇ ਹਾਂ, ਸਮਝਦੇ ਹਾਂ ਇਸ ਦੀਆਂ ਐਡਵਾਂਟੇਜਸ ਕੀ ਨੇ, ਡਿਸਐਡਵਾਂਟੇਜਸ ਕੀ ਨੇ। ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਤੁਸੀਂ ਕ੍ਰੀਏਟ ਕਰ ਸਕਦੇ ਹੋ ਕਿ ਐਕਚੁਅਲੀ ਆਇਲਸ ਹੈਵ 4 ਮੋਡਿਊਲਸ, ਲੈਟਸ ਬ੍ਰੇਕ ਡਾਊਨ 1 ਬਾਏ 1, ਕਿ ਆਇਲਸ ਦੇ ਜਿਹੜੇ 4 ਮੋਡਿਊਲਸ ਨੇ, ਚਲੋ ਇਹਨਾਂ 'ਤੇ ਆਪਾਂ 1 ਬਾਏ 1 ਡਿਸਕਸ ਕਰਦੇ ਹਾਂ। ਇੱਦਾਂ ਤੁਸੀਂ ਬ੍ਰੇਕ ਡਾਊਨ ਫਰੇਜ਼ਲ ਵਰਬ ਨੂੰ ਯੂਜ਼ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਕਲੀਅਰ ਹੋਈ ਹੋਊਗੀ। ਨੈਕਸਟ ਹੈਗੀ ਆਪਣੇ ਕੋਲ ਲੁੱਕ ਫਾਰਵਰਡ ਟੂ। ਵਟ ਇਟ ਮੀਨਸ ਕਿ ਫੀਲਿੰਗ ਐਕਸਾਈਟਡ ਅਬਾਊਟ ਸਮਥਿੰਗ ਇਨ ਦਾ ਫਿਊਚਰ, ਯੂ ਲੁੱਕ ਫਾਰਵਰਡ ਟੂ ਇਟ। I am looking forward to attending the language workshop. What it means ਕਿ ਤੁਸੀਂ ਜੋ ਚੀਜ਼ ਅੱਗੇ ਆਉਣ ਵਾਲੀ ਹੈਗੀ ਹੈ ਉਸ ਦੇ ਲਈ ਤੁਸੀਂ ਮੋਟੀਵੇਟ ਹੋ, ਉਸਨੂੰ ਉਹ ਜ਼ਰੂਰੀ ਤੁਸੀਂ ਪਾਉਣਾ ਚਾਹੁੰਦੇ ਹੋਗੇ, ਤੁਸੀਂ ਉਸ ਲਈ ਇਸ ਦੇ ਵਿੱਚ ਇੰਟਰਸਟ ਰੱਖ ਰਹੇ ਹੋਗੇ, ਤੁਸੀਂ ਐਕਸਾਈਟਡ ਹੋਗੇ। ਕਲੀਅਰ ਹੈ। ਲੁੱਕ ਫਾਰਵਰਡ ਟੂ, ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫॉर ਮਾਈ ਐਗਜ਼ਾਮ ਐਂਡ ਲੁਕਿੰਗ ਫਾਰਵਰਡ ਟੂ ਗੈਟ 7 ਬੈਂਡਸ। ਕਲੀਅਰ। ਨੈਕਸਟ ਹੈਗੀ ਆਪਣੇ ਕੋਲ ਬ੍ਰਿੰਗ ਅਪ। ਇਟ ਮੀਨਸ ਬ੍ਰਿੰਗ ਅਪ ਇਜ਼ ਯੂਜ਼ਡ ਵੈਨ ਯੂ ਮੈਂਸ਼ਨ ਅ ਟੋਪਿਕ ਔਰ ਸਟਾਰਟ ਅ ਡਿਸਕਸ਼ਨ। ਤੁਸੀਂ ਕੋਈ ਵੀ ਟੋਪਿਕ ਨੂੰ ਸ਼ੁਰੂ ਕਰ ਰਹੇ ਹੋਗੇ ਜਾਂ ਮੈਂਸ਼ਨ ਕਰ ਰਹੇ ਹੋਗੇ, ਜਾਂ ਕੋਈ ਡਿਸਕਸ਼ਨ ਹੈ ਜਿਹੜੀ ਉਸਨੂੰ ਸਟਾਰਟ ਕਰ ਰਹੇ ਹੋਗੇ। ਫੋਰ ਐਗਜ਼ਾਮਪਲ ਸ਼ੀ ਬਰਾਊਟ ਅਪ ਐਨ ਇੰਟਰਸਟਿੰਗ ਪੁਆਇੰਟ ਡਿਊਰਿੰਗ ਦਾ ਮੀਟਿੰਗ। ਬਰਾਊਟ ਅਪ ਹੁਣ ਇੱਥੇ ਕਿਉਂ ਯੂਜ਼ ਹੋਊਗੀ? ਬ੍ਰਿੰਗ ਅਪ ਫਸਟ ਫਾਰਮ ਹੁੰਦੀ ਹੈ ਅਤੇ ਬਰਾਊਟ ਅਪ ਹੈ ਜਿਹੜੀ ਉਹ ਸੈਕਿੰਡ ਫਾਰਮ ਹੁੰਦੀ ਹੈ। ਦਿਸ ਇਜ਼ ਵਾਈ ਇੱਥੇ ਆਪਾਂ ਇਹ ਗੱਲ ਜਿਹੜੀ ਉਹ ਪਾਸਟ ਦੇ ਵਿੱਚ ਹੋਈ ਹੈਗੀ ਕਿ ਉਹ ਰੀਅਲੀ ਇੱਕ ਨਵਾਂ ਆਈਡੀਆ ਲੈ ਕੇ ਆਈ ਸੀ, ਇੰਟਰਸਟਿੰਗ ਪੁਆਇੰਟ ਲੈ ਕੇ ਆਈ ਸੀ ਮੀਟਿੰਗ ਦੇ ਵਿੱਚ। ਸੋ ਦਿਸ ਇਜ਼ ਹਾਊ ਵੀ ਯੂਜ਼ ਬ੍ਰਿੰਗ ਅਪ। ਨੈਕਸਟ ਆਪਣੇ ਕੋਲ ਹੈਗੀ ਹੈ ਗੈਟ ਅਕ੍ਰੋਸ। ਇਟ ਮੀਨਸ ਗੈਟ ਅਕ੍ਰੋਸ ਮੀਨਸ ਟੂ ਮੇਕ ਯੂਰ ਪੁਆਇੰਟ ਅੰਡਰਸਟੂਡ, ਕਿ ਤੁਸੀਂ ਆਪਣੇ ਪੁਆਇੰਟ ਨੂੰ ਦੂਜੇ ਕੋਲ ਸਮਝਾ ਪਾ ਰਹੇ ਹੋਗੇ। ਆਈ ਟਰਾਈ ਟੂ ਗੈਟ ਮਾਈ ਥੋਟਸ ਅਕ੍ਰੋਸ ਡਿਊਰਿੰਗ ਦਾ ਪ੍ਰੈਜੈਂਟੇਸ਼ਨ, ਕਿ ਮੈਂ ਕੋਸ਼ਿਸ਼ ਕਰ ਰਿਹਾ ਸੀ ਆਪਣੇ ਵਿਊ ਪੁਆਇੰਟ ਨੂੰ ਪਹੁੰਚਾਉਣ ਦੀ ਜਿਹੜੇ ਸਾਹਮਣੇ ਬੈਠੇ ਸੀ ਉਹਨਾਂ ਕੋਲੇ ਮੇਰੀ ਪ੍ਰੈਜੈਂਟੇਸ਼ਨ ਦੇ ਦੌਰਾਨ। ਸੋ ਨੈਕਸਟ ਵਨ ਆਪਣੇ ਕੋਲ ਹੈਗੀ ਹੈ ਪੁੱਟ ਆਫ। ਇਟ ਮੀਨਸ ਪੁੱਟ ਆਫ ਮੀਨਸ ਟੂ ਡਿਲੇ, ਉਸ ਚੀਜ਼ ਨੂੰ ਡਿਲੇ ਕਰਨਾ, ਰੋਕ ਦੇਣਾ। ਫੋਰ ਐਗਜ਼ਾਮਪਲ ਡੋਂਟ ਪੁੱਟ ਆਫ ਸਟੱਡਿੰਗ ਅੰਟਿਲ ਦਾ ਲਾਸਟ ਮਿਨਟ, ਕਿ ਭਾਵੇਂ ਤੁਹਾਡੇ ਕੋਲ 1 ਮਿੰਟ ਹੀ ਬਚਿਆ ਹੋਵੇ ਆਪਣੀ ਸਟੱਡੀ ਨੂੰ ਡਿਲੇ ਨਾ ਕਰੋ। ਰਨ ਆਊਟ ਆਫ। ਵਟ ਇਟ ਮੀਨਸ ਰਨ ਆਊਟ ਆਫ ਮੀਨਸ ਵੈਨ ਯੂ ਐਗਜ਼ੌਸਟ ਯੂਅਰ ਸਪਲਾਈ ਆਫ ਸਮਥਿੰਗ। ਜੋ ਤੁਸੀਂ ਕੋਈ ਵੀ ਚੀਜ਼ ਕਰ ਰਹੇ ਹੋਗੇ ਤਾਂ ਉਹ ਚੀਜ਼ ਖਤਮ ਹੋ ਚੁੱਕੀ ਹੈ, ਉਹ ਟਾਈਮ ਪੀਰੀਅਡ ਖਤਮ ਹੋ ਚੁੱਕਿਆ। ਫੋਰ ਐਗਜ਼ਾਮਪਲ ਆਈ ਰੇਨ ਆਊਟ ਆਫ ਟਾਈਮ ਟੂ ਫਿਨਿਸ਼ ਦਾ ਅਸਾਈਨਮੈਂਟ, ਕਿ ਮੇਰੇ ਕੋਲ ਜਿਹੜਾ ਟਾਈਮ ਸੀਗਾ ਉਹ ਕੀ ਹੋ ਗਿਆ, ਖਤਮ ਹੋ ਗਿਆ, ਮੇਰੇ ਕੋਲ ਹੁਣ ਜਿਹੜਾ ਟਾਈਮ ਹੈ ਨਹੀਂ ਹੈਗਾ। ਸਪੀਕ ਅਪ। ਸਪੀਕ ਅਪ ਮੀਨਸ ਟੂ ਟਾਕ ਲਾਊਡਰ ਔਰ ਐਕਸਪ੍ਰੈਸ ਯੂਅਰ ਓਪੀਨੀਅਨ ਬੋਲਡਲੀ। ਸਪੀਕ ਅਪ ਮੀਨਸ ਕਿ ਤੁਸੀਂ ਉੱਚਾ ਬੋਲੋ ਅਤੇ ਬਿਨਾਂ ਡਰੇ ਆਪਣੇ ਓਪੀਨੀਅਨ ਨੂੰ ਸਾਹਮਣੇ ਰੱਖੋ। ਫੋਰ ਇੰਸਟੈਂਸ ਆਈ ਐਨਕਰੇਜ ਦਾ ਸਟੂਡੈਂਟਸ ਟੂ ਸਪੀਕ ਅਪ ਇਨ ਦਾ ਕਲਾਸ। ਸਪੀਕ ਇਕੱਲਾ ਬੋਲਣਾ ਹੁੰਦਾ, ਅਤੇ ਜਦੋਂ ਆਪਾਂ ਸਪੀਕ ਦੇ ਨਾਲ ਅਪ ਵਰਡ ਯੂਜ਼ ਕਰ ਲੈਂਦੇ ਹਾਂ ਤਾਂ ਇਸ ਦਾ ਮੀਨਿੰਗ ਕੀ ਨਿਕਲ ਕੇ ਆਉਂਦਾ ਹੈ ਕਿ ਤੁਸੀਂ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਝਿਜਕ ਤੋਂ ਬੋਲੋ। ਸੈਟ ਅਪ।
when you are set up something you establish or arrange it. it means setup ਕੀ ਹੁੰਦਾ ਹੈ ਕਿ ਤੁਸੀਂ ਕੁਝ ਅਰੇਂਜ ਕਰ ਰਹੇ ਹੋ ਕਿ ਕੋਈ ਪ੍ਰੋਗਰਾਮ ਹੋ ਸਕਦਾ ਹੈ, ਕੋਈ ਮੀਟਿੰਗ ਹੋ ਸਕਦੀ ਹੈ, ਕੋਈ ਕਲਾਸ ਹੋ ਸਕਦੀ ਹੈ, ਕੋਈ ਫੰਕਸ਼ਨ ਹੋ ਸਕਦਾ ਹੈ. they set up a study group to help each other prepare. Next one is turn into. it means last turn into is used when something changes or transforms. ਕੋਈ ਵੀ ਚੀਜ਼ ਕੁਝ ਚੇਂਜ ਆਈਆਂ ਨੇ ਉਸ ਦੇ ਵਿੱਚ ਜਾਂ ਕੰਪਲੀਟਲੀ ਇੰਟਾਇਰਲੀ ਕੀ ਹੋਈ ਆ ਉਹ ਟਰਾਂਸਫਾਰਮ ਹੋ ਚੁੱਕੀ ਹੈ. his hobby turned into a successful business. ਕਿ ਉਹ ਟਰਾਂਸਫਾਰਮ ਹੋ ਚੁੱਕੀ ਹੈ. ਉਸਦੀ ਕੋਈ ਹੌਬੀ ਸੀ, ਉਹ ਸਪੋਜ਼ ਕਰੋ ਇੰਟਰਨੈਟ ਯੂਜ਼ ਕਰਦਾ ਸੀਗਾ, ਗੈਜਟਸ ਯੂਜ਼ ਕਰਦਾ ਸੀਗਾ, ਪਰ ਉਹ ਇਹਨਾਂ ਨੂੰ ਯੂਜ਼ ਕਰਕੇ ਉਸਨੇ ਇਸ ਨੂੰ ਇੱਕ ਟੋਟਲੀ ਟਰਾਂਸਫਾਰਮ ਕਰ ਦਿੱਤਾ ਆਪਣੇ ਬਿਜ਼ਨਸਿਸ ਦੇ ਵਿੱਚ. ਅਤੇ ਤੁਸੀਂ ਇਹਨਾਂ ਨੂੰ ਐਗਜ਼ਾਮਪਲਸ ਬਣਾਓ, ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰੋ ਅਤੇ ਉੱਥੇ ਆਪਾਂ ਦੇਖਦੇ ਹਾਂ ਕੌਣ ਸਹੀ ਬਣਾਉਂਦਾ ਹੈਗਾ ਅਤੇ ਕੌਣ ਗਲਤ ਬਣਾਉਂਦਾ ਹੈਗਾ, ਤਾਂ ਫਿਰ ਆਪਾਂ ਰਲ ਮਿਲ ਕੇ ਕਰੈਕਸ਼ਨ ਕਰਾਂਗੇ ਅਤੇ ਇੱਦਾਂ ਹੀ ਆਪਾਂ ਫਰੇਜ਼ਲ ਵਰਬ ਨੂੰ ਯੂਜ਼ ਕਰਾਂਗੇ. ਅਤੇ ਲਾਸਟ 'ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਫਰੇਜ਼ਲ ਵਰਬਸ ਨੂੰ ਯੂਜ਼ ਕਰੋ, ਨੈਚੁਰਲ ਟੋਨ ਲੈ ਕੇ ਆਉਂਦੀਆਂ ਨੇ ਤੁਹਾਡੀ ਸਪੀਕਿੰਗ ਦੇ ਵਿੱਚ. ਐਂਡ we are not going to use them in the writing part because these are totally informal. I know so many students who are using them, but I suggest you that please don't use them in the writing because these are informal. So idiomatic vocabulary means using idioms and phrasal verbs in your speaking, and there is no specific criteria described for writing to use these such kind of idiomatic and phrasal verbs in them. So mostly use them in your speaking and make your English spoken English more natural and sophisticated. Thank you.